हाँ जी संगत जी, वाहिगुरू जी का खालसा वाहिगुरू जी की फतेह। ਅਸੀਂ ਕਰ ਰਹੇ ਹਾਂ ਤੁਹਾਡੇ ਦਰਸ਼ਨ ਨਵੇਂ ਬਲੌਕ ਦੇ ਵਿੱਚ ਤੇ ਆਪ ਸੰਗਤਾਂ ਨੂੰ ਵੀ ਕਰਵਾਵਾਂਗੇ ਦਰਸ਼ਨ। ਅੱਜ ਛੇ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 52 ਕਲਿਆਂ ਵਾਲੇ ਚੋਲਾ ਸਾਹਿਬ ਤੇ ਦਰਸ਼ਨ ਕਰਵਾਵਾਂਗੇ ਤੇ ਹੋਰ ਵੀ ਉੱਥੇ ਜਿੰਨੇ ਵੀ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ। ਆਪ ਸੰਗਤਾਂ ਦਰਸ਼ਨ ਕਰਿਓ ਤੇ ਆਪਣਾ ਜੀਵਨ ਸਫਲ ਕਰਿਓ ਤੇ ਆਪ ਸੰਗਤਾਂ ਵੀ ਆਓ ਤੇ ਮਹਾਰਾਜ ਦੇ ਚੋਲਾ ਸਾਹਿਬ ਦਾ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਿਓ। ਤੇ ਆਓ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ, ਕਰਦੇ ਚੱਲਾਂਗੇ ਗੱਲਾਂ ਬਾਤਾਂ। ਆਓ ਸੰਗਤ ਜੀ, ਪਾਈਏ ਚਾਲੇ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਅਸੀਂ ਮੇਰੇ ਪਿੰਡ ਤੋਂ ਆਉਣਾ ਪੈਂਦਾ ਸਿਰਥਲਾ ਜੀ। ਅਸੀਂ ਨਹਿਰ ਦੇ ਨਾਲ ਜਾ ਰਹੇ ਹਾਂ। ਤਕਰੀਬਨ ਮੇਰੇ ਪਿੰਡ ਤੋਂ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਤਕਰੀਬਨ 15-18 ਕਿਲੋਮੀਟਰ ਪੈ ਜਾਂਦਾ ਜੀ। ਤੇ ਆਪ ਸੰਗਤਾਂ ਵੀ ਜੇ ਆਉਂਦੇ ਹੋ ਇੱਥੇ ਪਟਿਆਲਾ ਸਾਈਡ ਤੋਂ ਤਾਂ ਜੋੜੇ ਪੁਲ ਵਾਲੀ ਨਹਿਰ ਚਲਾ ਜਾਂਦਾ ਜੀ। ਕਢਾਣੀ ਕਲਾਂ ਰਾੜਾ ਸਾਹਿਬ ਕੋਲੇ ਪਹੁੰਚ ਜਾਂਦੇ ਆ। ਰਾੜਾ ਸਾਹਿਬ ਦੇ ਨਾਲ ਹੀ ਪੈ ਜਾਂਦਾ ਕਢਾਣੀ ਕਲਾਂ। ਸੰਗਤ ਜੀ ਇਹ ਬਿਲਕੁਲ ਸੁਨਸਾਨ ਰਸਤਾ ਹੁੰਦਾ ਹੈ। ਦੁਪਹਿਰ ਦੇ ਟਾਈਮ ਜਾਂ ਕਿਸੇ ਵੀ ਟਾਈਮ ਤੁਸੀਂ ਇਕੱਲੇ ਨਾ ਆਓ ਸੰਗਤ ਜੀ। ਇਹ ਇੱਥੇ ਇਸ ਰਸਤੇ 'ਤੇ ਕੁਝ ਗਲਤ ਸ਼ਖਸ ਵੀ ਖੜ੍ਹਦੇ ਨੇ। ਉਸ ਜਗ੍ਹਾ 'ਤੇ ਕਈ ਵਾਰਦਾਤਾਂ ਵੀ ਹੋਈਆਂ ਨੇ ਸੰਗਤ ਜੀ। ਤੇ ਆਪ ਜੇ ਆਉਣਾ ਚਾਹੁੰਦੇ ਹੋ ਤਾਂ ਸਿੱਧਾ ਰੋਡ ਆਇਓ। ਜੇ ਤਕਰੀਬਨ ਆਉਣੇ ਵੀ ਜੇ ਇਸ ਰੋਡ ਤਾਂ ਆਪ ਸੰਗਤ ਜੀ ਇਕੱਲੇ ਨਾ ਕਦੇ ਵੀ ਆਇਓ। ਇੱਥੇ ਹਾਂਜੀ ਸੰਗਤ ਜੀ, ਮੇਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਉਹ ਮਾਲਵੇ ਦੇ ਵਿੱਚ ਉਹਨਾਂ ਨੇ ਬਹੁਤ ਦੁਨੀਆ ਧਾਰੀ ਹੈ। ਬਹੁਤ ਜਗ੍ਹਾ 'ਤੇ ਬਹੁਤ ਪਿੰਡ ਨੇ ਜੋ ਇਸ ਏਰੀਏ ਦੇ ਮਹਾਰਾਜ ਦੀ ਕਿਰਪਾ ਨਾਲ ਨਿਹਾਲ ਹੋਏ ਨੇ। ਇਹਨਾਂ ਪਿੰਡਾਂ 'ਤੇ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਜੋ ਆਪਣੇ ਚਰਨ ਪਾ ਕੇ ਗਏ ਨੇ। ਗਵਾਲੀਅਰ ਤੋਂ ਚੱਲ ਕੇ ਮਹਾਰਾਜ ਆ ਕੇ ਕਢਾਣੀ ਕਲਾਂ ਦਾਮ ਲਿੱਤਾ ਸੀ ਉਹਨਾਂ ਨੇ। ਤੇ ਉੱਥੇ ਜਾ ਕੇ ਤੁਹਾਨੂੰ ਉਸ ਜਗ੍ਹਾ ਦਾ ਇਤਿਹਾਸ ਜਾਣਨਾ ਪਾਵਾਂਗੇ। ਵਾਹਿਗੁਰੂ ਜੀ। ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਕਢਾਣੀ ਕਲਾਂ ਚੋਲਾ ਸਾਹਿਬ। ਇਹ ਸਾਹਮਣੇ ਜੋ ਰੋਡ ਆ ਗਿਆ ਹੈ ਇਹ ਰਾੜਾ ਸਾਹਿਬ ਪੈਲ ਰੋਡ ਹੈ। ਸੰਗਤ ਜੀ ਕਰੋ ਦਰਸ਼ਨ ਮੇਰੇ ਪਿਤਾ ਜੀ ਦੇ ਦਰਬਾਰ ਦੇ। ਉਸ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਦੁਆਰਾ ਚੋਲਾ ਸਾਹਿਬ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈ। ਹਾਂਜੀ ਸੰਗਤ ਜੀ, ਪਹਿਲਾਂ ਅਸੀਂ ਕਰਾਂਗੇ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ, ਜਿੱਥੇ ਆ ਕੇ ਮਹਾਰਾਜ ਨੇ ਦਾਮ ਲਿਆ ਸੀਗਾ।
ਆਓ ਆਪ ਸੰਗਤਾਂ ਨੂੰ ਕਰਵਾਉਂਦੇ ਹਾਂ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ ਦੇ। ਵਾਹਿਗੁਰੂ ਜੀ, ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਦਮਦਮਾ ਸਾਹਿਬ, ਜਿਸ ਜਗ੍ਹਾ ਤੇ ਆ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਵਾਲੀਅਰ ਤੋਂ ਚੱਲ ਕੇ ਆ ਕੇ ਦਮ ਲਿਆ ਸੀ। ਇਸ ਜਗ੍ਹਾ ਤੇ ਆ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਮ ਲਿਆ ਸੀ ਸੰਗਤ ਜੀ। ਤੇ ਆਪ ਕਰੋ ਦਰਸ਼ਨ, ਅੱਗੇ ਚੱਲ ਕੇ ਆਪ ਸੰਗਤਾਂ ਨੂੰ ਇਸ ਜਗ੍ਹਾ ਦਾ ਇਤਿਹਾਸ ਸਾਂਝਾ ਕਰਾਂਗੇ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ। ਅਸੀਂ ਇੱਥੇ ਦਾ ਇਤਿਹਾਸ ਦੇ ਨਾਲ ਵੀ ਤੁਹਾਨੂੰ ਚਾਨਣਾ ਪਾਵਾਂਗੇ। ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਕੇ ਉਹਨਾਂ ਦੇ ਨਮਸਤਕ ਹੋਈਏ, ਦਰਸ਼ਨ ਕਰੀਏ ਉਹਨਾਂ ਨੂੰ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ। ਕਰੋ ਦਰਸ਼ਨ ਮਹਾਰਾਜ ਦੇ ਦਰਬਾਰ ਸਾਹਿਬ ਮਹਾਰਾਜ, ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ। ਆਪ ਸੰਗਤਾਂ ਨੂੰ ਇਤਿਹਾਸ ਬਾਰੇ ਚਾਨਣਾ ਪਾਉਣਗੇ। ਇੱਥੇ ਦੇ ਸਿੰਘ ਸਾਹਿਬ ਬਾਬਾ ਜੀ, ਹਾਂਜੀ ਆ ਬਾਬਾ ਜੀ ਇਤਿਹਾਸ ਸਾਂਝਾ ਕਰਨਗੇ। ਤੇ ਬਾਬਾ ਜੀ ਨੂੰ ਕਰਦੇ ਫਤਿਹ ਬੁਲਾਉਂਦੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਬਾਬਾ ਜੀ ਇਸ ਚਰਨ ਮਹਾਰਾਜ ਚਰਨ ਛੂਹ ਧਰਤੀ ਦਾ ਇਤਿਹਾਸ ਦੇ ਬਾਰੇ ਚਾਨਣਾ ਪਾਵਾਂਗੇ, ਜੋ ਸੰਗਤ ਨੂੰ ਆ ਕੇ ਮਹਾਰਾਜ ਦੇ ਇੱਥੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਤਾਰ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 25 ਫੱਗਣ 1688 ਬਿਕਰਮੀ 1631 ਈਸਵੀ ਨੂੰ ਨਗਰ ਕਢਾਣੀ ਵਿਖੇ ਆਏ। ਪਿੰਡ ਦੇ ਬਾਹਰ ਇੱਕ ਚੰਗਾ ਸਥਾਨ ਦੇਖ ਕੇ ਸਤਿਗੁਰੂ ਜੀ ਨੇ ਆਪਣਾ ਘੋੜਾ ਰੋਕਿਆ। ਘੋੜੇ ਤੋਂ ਉਤਰ ਕੇ ਸਤਿਗੁਰੂ ਜੀ ਨੇ ਇੱਕ ਰੁੱਖ ਥੱਲੇ ਆਪਣਾ ਕਮਰਕਸਾ ਖੋਲ੍ਹਿਆ। ਉੱਥੇ ਹੀ ਰਹਿਣ ਵਾਲੇ ਇੱਕ ਸਾਧੂ ਤਪੱਸੀ ਦੀ ਮਹਾਂਪੁਰਸ਼ਾਂ ਨੇ ਸਤਿਗੁਰਾਂ ਜੀ ਨੂੰ ਜਲ ਛਕਾਇਆ ਤੇ ਫਿਰ ਸਤਿਗੁਰਾਂ ਜੀ ਨਾਲ ਬਚਨ ਬਲਾਸ ਹੋਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਸਾਧੂ ਤਪੱਸਵੀ ਮਹਾਂਪੁਰਸ਼ ਨੂੰ ਪਾਵਨ ਬਚਨ ਸੁਣਾਏ ਤੇ 84 ਦੇ ਗੇੜ ਵਿੱਚੋਂ ਖਤਮ ਕੀਤਾ। ਤੇ ਉਹਨਾਂ ਦੀ ਯਾਦ ਇੱਥੇ ਬਰਕਰਾਰ ਕਰਨ ਲਈ ਤੇ ਉਹਨਾਂ ਦੀ ਯਾਦ ਇੱਥੇ ਹਮੇਸ਼ਾ ਲਈ ਬਖਸ਼ਿਸ਼ ਕੀਤੀ ਸੰਗਤਾਂ ਨੂੰ, ਜੋ ਤੁਸੀਂ ਦਰਸ਼ਨ ਕਰ ਸਕਦੇ ਹੋ। ਉੱਧਰ ਸਥਾਨ ਸੁਸ਼ੋਭਿਤ ਹੈ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ। ਅਸੀਂ ਬਾਬਾ ਜੀ ਨਾਲ ਬਚਨ ਬਲਾ ਕਰ ਰਹੇ ਹਾਂ ਤੇ ਆਓ ਬਾਬਾ ਜੀ ਤੋਂ ਇਸ ਜਗ੍ਹਾ ਦਾ ਇਤਿਹਾਸ ਸੁਣ ਰਹੇ ਹਾਂ। ਤੇ ਆਓ ਬਾਬਾ ਜੀ ਇਤਿਹਾਸ ਬਾਰੇ ਚਾਨਣਾ ਪਾਏ ਮਹਾਰਾਜ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾਰ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 25 ਫੱਗਣ 1688 ਬਿਕਰਮੀ 1631 ਈਸਵੀ ਨੂੰ ਨਗਰ ਕਢਾਣੀ ਵਿਖੇ ਆਏ। ਪਿੰਡ ਦੇ ਬਾਹਰ ਇੱਕ ਚੰਗਾ ਸਥਾਨ ਦੇਖ ਕੇ ਸਤਿਗੁਰੂ ਜੀ ਨੇ ਆਪਣਾ ਘੋੜਾ ਰੋਕਿਆ ਤੇ ਉਤਰ ਕੇ ਕਮਰ ਕਸੇ ਨੂੰ ਖੋਲ੍ਹਣਾ ਕੀਤਾ। ਇੱਥੇ ਹੀ ਰਹਿਣ ਵਾਲੇ ਇੱਕ ਸਾਧੂ ਤਪੱਸਵੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਜਲ ਛਕਾਇਆ। ਫਿਰ ਸਤਿਗੁਰੂ ਜੀ ਨੇ ਉਸ ਸਾਧੂ ਨਾਲ ਪਰਮਾਰਥਕ ਬਚਨ ਵਿਲਾਸ ਕੀਤੇ ਤੇ ਸਾਧੂ ਮਹਾਂਪੁਰਸ਼ਾਂ ਨੂੰ 84 ਦੀ ਜੂਨ ਵਿੱਚੋਂ ਕੱਟਣਾ ਕੀਤਾ। ਤਾਂ ਸਾਧੂ ਮਹਾਂਪੁਰਸ਼ਾਂ ਦੀ ਯਾਦ ਵਿੱਚ ਅੱਜ ਵੀ
ਇਸ ਸਥਾਨ ਤੇ ਸਮਾਧ ਸੁਸ਼ੋਭਿਤ ਹੈ, ਜੋ ਕਿ ਤੁਸੀਂ ਪਿੱਛੇ ਹੀ ਗੁਰਦੁਆਰਾ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਪਹਿਲਾਂ ਦਰਸ਼ਨ ਕਰ ਸਕਦੇ ਹੋ। ਉਪਰੰਤ ਪਿੰਡ ਵਾਲਿਆਂ ਦੀ ਬੇਨਤੀ ਨੂੰ ਮਨਜ਼ੂਰ ਕਰਦਿਆਂ ਸਤਿਗੁਰੂ ਮਹਾਰਾਜ ਜੀ ਭਾਈ ਸੂਰਤੀਏ ਦੇ ਘਰੇ ਰਹਿਣਾ ਕੀਤਾ ਤੇ ਅੱਗੇ ਦਾ ਇਤਿਹਾਸ ਹਵੇਲੀ ਸਾਹਿਬ ਆਪ ਜੀ ਸਰਵਣ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸੰਗਤ ਜੀ ਆਓ ਦਰਸ਼ਨ ਸਮਾਧ ਸਾਹਿਬ ਦੇ। ਵਾਹਿਗੁਰੂ ਜੀ, ਬਾਬਾ ਜੀ ਆਜੋ ਨਾਲ ਆ ਜਾਓ। ਹਾਂ ਬਾਬਾ ਜੀ ਦਾ ਕਰਿਓ ਬਚਨ ਜੀ। ਸੋ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ 45 ਦਿਨ ਕਢਾਣੀ ਨਗਰ ਵਿਖੇ ਰਹੇ ਤਾਂ 45 ਦਿਨ ਵਿੱਚ ਸਤਿਗੁਰੂ ਜੀ ਸਾਧੂ ਮਹਾਂਪੁਰਸ਼ਾਂ ਨੂੰ ਮਿਲਣ ਆਉਂਦੇ ਸਨ ਤੇ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਸੀ। ਤਾਂ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਜਾਣ ਦਾ ਸਮਾਂ ਆਇਆ, 45 ਦਿਨ ਬਾਅਦ ਆਖਰੀ ਦਿਨ ਮਹਾਰਾਜ ਜੀ ਸਾਧੂ ਮਹਾਂਪੁਰਸ਼ਾਂ ਨੂੰ ਮਿਲਣ ਆਏ। ਸੋ ਮਹਾਰਾਜ ਜੀ ਨੇ ਬਚਨ ਕੀਤੇ ਕਿ ਅਸੀਂ ਤੁਹਾਡੇ ਸੇਵਾ ਤੋਂ ਤਰੁੱਠੇ ਹਾਂ, ਖੁਸ਼ ਹਾਂ, ਕਿ ਮੰਗੋ ਕਿ ਤੁਸੀਂ ਕੀ ਮੰਗਣਾ ਹੈ। ਤਾਂ ਸਾਧੂ ਮਹਾਂਪੁਰਸ਼ ਕਹਿੰਦੇ ਕਿ ਅਸੀਂ ਬੁੱਢੇ ਹੋ ਗਏ ਹਾਂ, ਸਾਡਾ ਕੋਈ ਪਿੱਛੇ ਕੋਈ ਨਹੀਂ ਹੈ, ਕਿ ਸਾਨੂੰ ਬਸ ਤੁਸੀਂ ਹੁਣ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਤਾਂ ਮਹਾਰਾਜ ਜੀ ਕਹਿੰਦੇ ਅਗਰ ਐਸੀ ਗੱਲ ਹੈ ਤਾਂ ਜੁਗਾਂ ਜੁਗਾਂ ਤੱਕ ਸਾਡੇ ਤੋਂ ਪਹਿਲਾਂ ਇੱਥੇ ਤੈਨੂੰ ਹੀ ਯਾਦ ਕੀਤਾ ਜਾਊਗਾ। ਸੋ ਜਿਸ ਨੂੰ ਮੁੱਖ ਰੱਖਦਿਆਂ ਨਗਰ ਵੱਲੋਂ ਮਹਾਂਪੁਰਸ਼ਾਂ ਦੀ ਸਮਾਧ ਬਣਾਈ ਗਈ, ਜਿਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ। ਸੰਗਤ ਜੀ ਕਰੋ ਦਰਸ਼ਨ ਸਾਧੂ ਸਾਹਿਬ ਮਹਾਰਾਜ ਜੀ ਦੇ ਸਮਾਧ ਸਾਹਿਬ ਦੇ, ਜੋ ਮਹਾਰਾਜ ਨੇ ਭਜਨ ਕੀਤੇ ਵੀ ਉਹਨਾਂ ਤੋਂ ਪਹਿਲਾਂ ਇਸ ਸਮਾਧ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਨੇ ਜੀ। ਹਾਂਜੀ ਬਾਬਾ ਜੀ। ਸੋ ਇੱਥੇ ਮਹਾਂਪੁਰਸ਼ਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹਰੇਕ 10ਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਿਸ ਵਿੱਚ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਸਾਧੂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜੋਤ ਲਾ ਕੇ ਆਪਣੀਆਂ ਮਨੋਕਾਮਨਾ ਸੁਖਦੀਆਂ ਨੇ। ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਮਹਾਰਾਜ ਦੀ ਕਿਰਪਾ ਹੈ। ਸੋ ਸਾਧ ਸੰਗਤ ਜੀ ਆਪ ਵੀ ਕਰੋ ਕਿਰਪਾ, ਮਹਾਰਾਜ ਜੀ ਦੇ ਪਾਵਨ ਸਥਾਨ ਤੇ ਦਰਸ਼ਨ ਕਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ। ਇਹ ਸੀਗਾ ਇਤਿਹਾਸ ਗੁਰਦੁਆਰਾ ਦਮਦਮਾ ਸਾਹਿਬ ਦਾ ਜੀ। ਇਸ ਤੋਂ ਬਾਅਦ ਚੱਲਦੇ ਅਸੀਂ ਹਵੇਲੀ ਸਾਹਿਬ, ਜਿਸ ਨੂੰ ਭੜੋਲਾ ਸਾਹਿਬ ਵੀ ਕਹਿ ਦਿੰਦੇ ਨੇ। ਆਪ ਸੰਗਤਾਂ ਨੂੰ ਉਸ ਜਗ੍ਹਾ 'ਤੇ ਵੀ ਜਾ ਕੇ ਦਰਸ਼ਨ ਕਰਵਾਵਾਂਗੇ ਅਤੇ ਉਸ ਸਥਾਨ ਦਾ ਵੀ ਆਪ ਸੰਗਤਾਂ ਨਾਲ ਇਤਿਹਾਸ ਸਾਂਝਾ ਕਰਾਂਗੇ। ਆਓ ਸੰਗਤ ਜੀ ਭੜੋਲਾ ਸਾਹਿਬ ਦੇ ਦਰਸ਼ਨ ਕਰਨ ਚੱਲੀਏ। ਵਾਹਿਗੁਰੂ ਜੀ। ਸੰਗਤ ਜੀ ਇਸ ਦਰਵਾਜ਼ੇ ਦੇ ਅੰਦਰ ਗੁਰਦੁਆਰਾ ਹਵੇਲੀ ਸਾਹਿਬ, ਉਹ ਸਾਹਮਣੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਹਵੇਲੀ ਸਾਹਿਬ ਜਿੱਥੇ ਮਹਾਰਾਜ ਨੇ ਆ ਕੇ 45 ਦਿਨ ਬਿਤਾਏ ਸੀ। ਆਓ ਆਪ ਸੰਗਤਾਂ ਨੂੰ ਉਸ ਸਥਾਨ 'ਤੇ ਕਰਵਾਉਂਦੇ ਹਾਂ ਦਰਸ਼ਨ। ਹਾਂਜੀ ਸੰਗਤ ਜੀ, ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਹਵੇਲੀ ਸਾਹਿਬ। ਵਾਹਿਗੁਰੂ ਜੀ। ਸੰਗਤ ਜੀ ਕਰੋ ਦਰਸ਼ਨ ਇਸ ਇਤਿਹਾਸਕ ਸਥਾਨ ਦੇ। ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਮੇਰੀ ਪੀਰ ਦੇ ਮਾਲਕ, हे ਮੇਰੇ ਪਿਤਾ ਜੀ, ਸਭ ਤੇ ਮਿਹਰ ਪ੍ਰਾਰਥਨਾ ਕਰੋ। ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਇਹ ਹੈ ਗੁਰਦੁਆਰਾ ਹਵੇਲੀ ਸਾਹਿਬ, ਜਿੱਥੇ ਆ ਕੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ 45 ਦਿਨ ਬਿਤਾ ਕੇ ਗਏ ਸੀ। ਵਾਹਿਗੁਰੂ।
ਵਾਹਿਗੁਰੂ ਧੰਨ। ਇਹ ਹੈ ਸੱਚਖੰਡ ਸਾਹਿਬ। ਵਾਹਿਗੁਰੂ। ਧੰਨ ਸੰਗਤ ਜੀ, ਇਹ ਹੈ ਉਹ ਇਤਿਹਾਸਕ ਭੜੋਲਾ ਸਾਹਿਬ, ਜਿਸ ਵਿੱਚ ਮਹਾਰਾਜ ਜੀ ਨੇ ਦਾਣੇ ਪਾਏ ਸੀ। ਇਸ ਦਾ ਇਤਿਹਾਸ ਆਪ ਨਾਲ ਕਰ ਰਹੇ ਹਾਂ ਸਾਂਝਾ, ਤੇ ਇਸ ਦਾ ਇਤਿਹਾਸ ਸਿੰਘ ਸਾਹਿਬ ਨੂੰ ਬੁਲਾ ਕੇ ਉਹਨਾਂ ਤੋਂ ਆਪ ਸੰਗਤਾਂ ਦੇ ਲਈ ਸਾਂਝਾ ਕਰ ਰਹੇ ਹਾਂ ਜੀ। ਵਾਹਿਗੁਰੂ ਜੀ। ਸੰਗਤ ਜੀ, ਇਸ ਇਤਿਹਾਸਕ ਸਥਾਨ ਦੇ ਬਾਰੇ ਸਾਡੇ ਸਿੰਘ ਸਾਹਿਬ ਬਾਬਾ ਜੀ ਆਪ ਸੰਗਤਾਂ ਨੂੰ ਇਤਿਹਾਸ ਸਾਂਝਾ ਕਰਨਗੇ, ਜੋ ਇਸ ਹਵੇਲੀ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ। ਵਾਹਿਗੁਰੂ ਜੀ। ਆਓ ਸੰਗਤ ਜੀ, ਇਸ ਇਤਿਹਾਸਕ ਸਥਾਨ ਦਾ ਇਤਿਹਾਸ ਦਾ ਸਾਂਝਾ ਕਰੀਏ ਬਾਬਾ ਜੀ ਨਾਲ ਗੱਲਾਂ ਬਾਤਾਂ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਫਤਿਹ। ਜੀ, ਇਸ ਇਤਿਹਾਸਕ ਸਥਾਨ ਦਾ ਇਤਿਹਾਸ ਸੰਗਤ ਨਾਲ ਕਰਿਓ ਸਾਂਝਾ ਜੀ। ਹਾਂਜੀ, ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜੋ ਪਾਵਨ ਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਸ੍ਰੀ ਭੜੋਲਾ ਸਾਹਿਬ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਇਹ ਬਾਬਾ ਸੂਰਤੀਆ ਜੀ ਦੀ ਹਵੇਲੀ ਸੀ। ਜਦੋਂ 6ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਨਗਰ ਵਿੱਚ ਆਏ ਨੇ, ਬਾਬਾ ਸੂਰਤੀਆ ਜੀ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਗ੍ਰਹਿ ਵਿਖੇ ਲੈ ਕੇ ਆਏ, ਔਰ ਸਤਿਗੁਰੂ ਜੀ ਇਸ ਪਾਵਨ ਸਥਾਨ 'ਤੇ 45 ਦਿਨ ਰਹੇ। ਇੱਥੇ ਬੇਅੰਤ ਸੰਗਤਾਂ ਜੁੜਿਆ ਕਰਦੀਆਂ। ਗੁਰਦੁਆਰਾ ਚੋਲਾ ਸਾਹਿਬ, ਜਿੱਥੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ। ਗੁਰਦੁਆਰਾ ਨਿਮਸਰ ਸਾਹਿਬ, ਜਿੱਥੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜੰਗਲ ਪਾਣੀ ਇਸ਼ਨਾਨ ਇਤਿਆਦਿਕ ਵਾਸਤੇ ਜਾਇਆ ਕਰਦੇ। ਫਿਰ ਇਸੇ ਅਸਥਾਨ 'ਤੇ ਆ ਕਰਕੇ ਸਤਿਗੁਰੂ ਜੀ ਵਿਸ਼ਰਾਮ ਕਰਿਆ ਕਰਦੇ। ਇਹ ਬਾਬਾ ਸੂਰਤੀਆ ਜੀ ਦੀ ਹਵੇਲੀ ਸੀ। ਸੋ ਇਸੇ ਹੀ ਪਾਵਨ ਸਥਾਨ 'ਤੇ ਸਤਿਗੁਰੂ ਜੀ ਨੇ ਭੜੋਲੇ ਵਿੱਚ ਦਾਣੇ ਪਾਏ ਸੀ। ਭੜੋਲੇ ਨੂੰ ਵਰ ਦਿੱਤਾ ਸੀ ਕਿ ਢੱਕਣ ਚੱਕੇ ਨਹੀਂ ਦੇਖਣਾ, ਤੁਹਾਡੇ ਘਰੇ ਕਦੇ ਵੀ ਲੰਗਰ ਦੀ ਤੋਟ ਨਹੀਂ ਆਵੇਗੀ। 180 ਸਾਲ ਤਕਰੀਬਨ ਲੰਗਰ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਿਹਾ। 5ਵੀਂ ਪੀੜ੍ਹੀ 'ਚ ਨਵੀਂ ਆਈ ਨੂੰਹ ਨੇ ਢੱਕਣ ਚੱਕ ਦਿੱਤਾ, ਜਿਸ ਕਰਕੇ ਜਿਹੜੀ ਉਹ ਬਰਕਤ ਸੀ ਉਹ ਸਮਾਪਤ ਹੋ ਗਈ। ਸੋ ਸਤਿਗੁਰੂ ਜੀ ਨੇ 45 ਦਿਨ ਇਸ ਪਾਵਨ ਸਥਾਨ 'ਤੇ ਰਹਿ ਕਰਕੇ ਇਸ ਪਾਵਨ ਸਥਾਨ ਨੂੰ ਭਾਗ ਲਾਏ, ਇਸ ਧਰਤੀ ਨੂੰ ਭਾਗ ਲਾਏ। ਜਾਣ ਵੇਲੇ ਸਤਿਗੁਰੂ ਜੀ ਪਰਿਵਾਰ ਨੂੰ ਚੋਲਾ ਸਾਹਿਬ, ਪੋਥੀ ਸਾਹਿਬ, ਜੋੜਾ ਸਾਹਿਬ ਅਤੇ ਇੱਕ ਮੰਜੀ ਸਾਹਿਬ ਬਖਸ਼ਿਸ਼ ਕਰਕੇ ਗਏ। ਨਾਲ ਹੀ ਵਰ ਦਿੱਤਾ ਕਿ ਇਹ ਨਗਰ ਕਢਾਣੀ ਤੋਂ ਕਢਾਣ ਸਾਹਿਬ ਬਣੇਗਾ, ਨਗਰ ਬਹੁਤ ਵਧੇਗਾ, ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰੇਗੀ, ਔਰ ਇੱਥੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਬਿਮਾਰੀਆਂ ਤੋਂ ਆਰਾਮ ਆਇਆ ਕਰੇਗਾ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਨੇ ਬੇਅੰਤ ਵਰ ਦੇ ਕੇ ਇਸ ਨਗਰ ਨੂੰ ਨਿਵਾਜਿਆ। ਇਸ ਪਾਵਨ ਸਥਾਨ 'ਤੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜੋ ਕਿ ਹਰ ਇੱਕ ਪੂਰਨਮਾਸ਼ੀ ਨੂੰ ਇੱਥੇ ਸੰਗਤਾਂ ਪਹੁੰਚਦੀਆਂ ਨੇ। ਸੋ ਸਮਾਗਮ ਕੀਤੇ ਜਾਂਦੇ ਨੇ, ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ। ਸੋ ਆਪ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸੰਗਤ ਜੀ, ਇਹ ਹੈ ਉਹ ਭੜੋਲਾ ਸਾਹਿਬ, ਜਿਸ ਦਾ ਇਤਿਹਾਸ ਬਾਬਾ ਜੀ ਨੇ ਆਪਣੇ ਨਾਲ ਸਾਂਝਾ ਕੀਤਾ ਹੈ। ਕਰੋ ਦਰਸ਼ਨ ਆਪ ਵੀ ਅਤੇ ਆਪਣਾ ਜੀਵਨ ਕਰੋ ਸਫਲ ਜੀ। ਵਾਹਿਗੁਰੂ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇਹ ਸੀ ਅਸਥਾਨ ਗੁਰਦੁਆਰਾ ਹਵੇਲੀ ਸਾਹਿਬ, ਇਸ ਨੂੰ ਭੜੋਲਾ ਸਾਹਿਬ ਵੀ ਕਹਿ ਦਿੰਦੇ ਨੇ। ਆਪ ਸੰਗਤਾਂ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ, ਅਤੇ ਆਪ ਸੰਗਤਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕਰਵਾਉਣ।
ਜਿੱਥੇ ਮਹਾਰਾਜ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਸੋਭਤ ਹੈ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਕੀਤੇ ਨੇ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਭੜੂਲਾ ਸਾਹਿਬ ਦਾ। ਇਹ ਵੀਡੀਓ ਵੱਡੀ ਹੋਣ ਕਰਕੇ ਆਪ ਸੰਗਤਾਂ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਚੋਲਾ ਸਾਹਿਬ ਅਤੇ ਗੁਰਦੁਆਰਾ ਨਿੰਮਸਰ ਸਾਹਿਬ ਦੇ। ਆਪ ਸੰਗਤਾਂ ਵੀਡੀਓ ਪੂਰੀ ਦੇਖਿਓ ਅਤੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ